हेलो एवरीवन, वेलकम टू CBC अकेडमी। और मैं अरुण तनेजा ਤੇ ਆਪਾਂ ਕੰਟੀਨਿਊ ਕਰਾਂਗੇ ਆਪਣੀ ਸੀਰੀਜ਼ ਟੌਪ 500 ਹਿਸਟਰੀ ਕੁਐਸਚਨ, ਜਿਹਦੇ ਵਿੱਚ ਆਪਾਂ ਬਹੁਤ ਹੀ ਡਿਟੇਲ ਵੇ ਦੇ ਵਿੱਚ ਪੜ੍ਹ ਰਹੇ ਹਾਂ। ਵੀ ਸਿਰਫ ਤੁਹਾਨੂੰ ਕੁਐਸਚਨ ਨਹੀਂ ਕਰਵਾਏ ਜਾ ਰਹੇ, ਉਹਨਾਂ ਦੇ ਨਾਲ ਜੋ ਵੀ ਰਿਲੇਟਡ ਐਸਪੈਕਟਸ ਹੈਗੇ ਸਾਰੇ ਦੇ ਸਾਰੇ ਸਮਝਾਏ ਜਾ ਰਹੇ ਆ। ਜਿਵੇਂ ਕਿ ਆਪਾਂ ਪਹਿਲਾਂ ਲਿਸਟਾਂ ਵੀ ਪੜ੍ਹੀਆਂ ਸੀਗੀਆਂ, ਪੀਸ ਐਂਡ ਮੂਵਮੈਂਟਸ ਦੇ ਬਾਰੇ ਪੜ੍ਹਿਆ ਸੀਗਾ, ਪੋਲੀਟੀਕਲ ਆਰਗੇਨਾਈਜੇਸ਼ਨ ਦੀ ਲਿਸਟ ਪੜ੍ਹੀ ਸੀ, ਉਸ ਤੋਂ ਪਹਿਲਾਂ ਆਪਾਂ ਨਿਊਜ਼ਪੇਪਰ ਦੀ ਲਿਸਟ ਪੜ੍ਹੀ ਸੀਗੀ, ਕੱਲ੍ਹ ਆਪਾਂ ਟਰਾਈਬਲ ਰਿਵੋਲਟਸ ਦੀ ਲਿਸਟ ਪੜ੍ਹੀ ਸੀਗੀ। ਸੋ ਆਪਾਂ ਸਿਰਫ ਕੁਐਸਚਨ ਆਨਸਰ ਨਹੀਂ ਕਰ ਰਹੇ, ਤੁਹਾਡੇ ਬੇਸਿਕ ਫੰਡਾਮੈਂਟਲਸ ਵੀ ਕਲੀਅਰ ਕਰ ਰਹੇ ਹਾਂ। ਸੋ ਲੈਕਚਰਸ ਦੇ ਨਾਲ ਬਣੇ ਰਹੋ। ਜਿੰਨੇ ਲਾਸਟ ਵਾਲੇ ਲੈਕਚਰ ਨਹੀਂ ਵੇਖੇ ਜਾ ਕੇ ਜ਼ਰੂਰ ਵੇਖੋ, ਐਕਸਟ੍ਰੀਮਲੀ ਇੰਪੋਰਟੈਂਟ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖੀਏ। ਜੇ ਆਪਾਂ ਨਾਇਬ ਤਹਿਸੀਲਦਾਰ ਦੀ ਗੱਲ ਕਰੀਏ ਜਾਂ ਪਟਵਾਰੀ ਦੀ ਗੱਲ ਕਰੀਏ, ਕੋਈ ਵੀ ਐਗਜ਼ਾਮ ਦੇ ਲਓ, ਠੀਕ ਹੈ। ਸੋ ਅੱਜ ਆਪਾਂ ਪੜ੍ਹਾਂਗੇ ਰੈਵੋਲੂਸ਼ਨਰੀ ਮੂਵਮੈਂਟਸ ਦੇ ਜਿੰਨੇ ਵੀ ਕੁਐਸਚਨ ਬਣਦੇ ਆ ਉਹਨਾਂ ਬਾਰੇ ਪੜ੍ਹਾਂਗੇ, ਰੈਵੋਲੂਸ਼ਨਰੀ ਆਰਗੇਨਾਈਜੇਸ਼ਨ ਬਾਰੇ ਪੜ੍ਹਾਂਗੇ, ਜੋ ਕੁਐਸਚਨ ਬਣਦੇ ਆਪਣੇ ਐਗਜ਼ਾਮ ਲਈ ਰੈਲੇਵੈਂਟ ਹੈਗੇ ਆ। ਬਾਕੀ ਸਾਡੀ ਐਗਜ਼ਾਮ CBC ਐਗਜ਼ਾਮ ਗੁਰੂ ਐਪ ਡਾਊਨਲੋਡ ਕਰ ਸਕਦੇ ਹੋ, ਡਿਵਰਸ ਬੈਨੀਫਿਟ ਹੈਗੇ ਐਪ ਦੇ, ਤੁਸੀਂ ਉਠਾ ਸਕਦੇ ਹੋ, ਠੀਕ ਹੈ। ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ। ਆਪਣੇ ਜੋ ਵੀ ਕੁਐਰੀਜ਼ ਹੈਗੀਆਂ, ਜੋ ਡਾਊਟਸ ਹੈਗੇ ਆ, ਤੁਸੀਂ ਪੁੱਛ ਸਕਦੇ ARNTANEAJA07 'ਤੇ, ਠੀਕ ਹੈ। ਅਤੇ ਆਪਾਂ ਕੰਟੀਨਿਊ ਕਰਦੇ ਹਾਂ ਆਪਣਾ ਲੈਕਚਰ। ਹਾਂਜੀ, ਹੂ ਸੈਡ ਤਿਲਕ ਇਜ਼ ਦ ਫਾਦਰ ਆਫ ਇੰਡੀਅਨ ਅਨਰੈਸਟ। ਬਹੁਤ ਹੀ ਇੰਪੋਰਟੈਂਟ ਹੈਗਾ ਵੀ ਕਿਹਨੇ ਇਹ ਵਰਡ ਕਹੇ ਸੀ ਵੀ ਜਿਹੜਾ ਤਿਲਕ ਹੈਗੇ ਆ, ਬਾਲ ਗੰਗਾਧਰ ਤਿਲਕ ਹੈਗੇ ਆ, ਉਹ ਫਾਦਰ ਆਫ ਇੰਡੀਅਨ ਅਨਰੈਸਟ ਹੈਗੇ ਆ। ਤਾਂ ਇਹਨਾਂ ਦਾ ਆਨਸਰ ਹੈ ਜਾਊਗਾ ਵੀ ਚੈਰੋਲ, ਠੀਕ ਹੈ ਜੀ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, ਕਿਉਂਕਿ ਕੱਲ੍ਹ ਜੋ ਇਹਨਾਂ ਬਾਰੇ ਆਪਾਂ ਚੀਜ਼ਾਂ ਪੜ੍ਹੀਆਂ ਸੀਗੀਆਂ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਰੈਲੇਵੈਂਟ ਹੈਗੀਆਂ। ਜਿਵੇਂ ਕਿ ਆਪਾਂ ਕੱਲ੍ਹ ਪੜ੍ਹਿਆ ਸੀਗਾ ਵੀ ਜਿਹੜੇ ਕਿਹੜੇ ਐਜ ਏ ਲੀਡਰ ਸੀਗੇ ਜਿਨ੍ਹਾਂ ਨੇ ਪ੍ਰੇਅਰ ਪਟੀਸ਼ਨ ਦੀ ਜਿਹੜੀ ਪੋਲਿਸੀ ਹੈ ਕਾਂਗਰਸ ਦੀ, ਉਹਨੂੰ ਕ੍ਰਿਟਿਸਿਜ਼ਮ ਕੀਤਾ ਸੀ ਉਹਦਾ, ਅਤੇ ਉਹਨੂੰ ਅਧਿਕਾਰਿਆ ਸੀਗਾ, ਕੰਡੈਮ ਕੀਤਾ ਸੀ। ਤਾਂ ਉਹਨਾਂ ਦਾ ਨਾਮ ਵੀ BG ਤਿਲਕ ਸੀਗਾ। BG ਤਿਲਕ ਹੀ ਉਹ ਪਰਸਨ ਸੀਗੇ ਜਿਹੜੇ ਐਕਸਟ੍ਰੀਮਿਸਟ ਲੀਡਰ ਸੀਗੇ, ਜਿਹੜੇ 6 ਸਾਲ ਲਈ ਜੇਲ੍ਹ ਵਿੱਚ ਗਏ ਸੀਗੇ, ਠੀਕ ਹੈ ਜੀ। ਸੋ ਉਹਨਾਂ ਨੈਕਸਟ ਕੁਐਸਚਨ ਆਪਣਾ ਇਹੀ ਹੈਗਾ, ਵਿਚ ਐਕਸਟ੍ਰੀਮਿਸਟ ਲੀਡਰ ਆਫ ਦਾ ਫਰੀडम ਮੂਵਮੈਂਟ ਗਿਵਨ ਏ 6 ਈਅਰ ਜੇਲ੍ਹ ਪਨਿਸ਼ਮੈਂਟ ਇਨ ਦਾ 1908, ਠੀਕ ਹੈ ਜੀ। ਤਾਂ ਇਹਨਾਂ ਨੂੰ ਜੇਲ੍ਹ ਪਨਿਸ਼ਮੈਂਟ ਮਿਲੀ ਸੀਗੀ 1908 ਦੇ ਵਿੱਚ। ਤਾਂ ਕਿੰਨੇ ਸਾਲਾਂ ਲਈ ਮਿਲੀ ਸੀ? 6 ਸਾਲਾਂ ਲਈ। ਅਤੇ ਕਿਹਨੂੰ ਮਿਲੀ ਸੀ? BG ਤਿਲਕ ਨੂੰ ਮਿਲੀ ਸੀ, ਠੀਕ ਹੈ ਜੀ। ਬਹੁਤ ਹੀ ਇੰਪੋਰਟੈਂਟ ਲੀਡਰ ਹੈਗੇ ਆ ਬਾਲ ਗੰਗਾਧਰ ਤਿਲਕ। ਇਹਨਾਂ ਨੇ ਹੀ ਆਪਣੇ ਜਿਹੜੇ ਗਣਪਤੀ ਫੈਸਟੀਵਲ ਔਰਗਨਾਈਜ਼ ਕਰਨੇ ਸਟਾਰਟ ਕੀਤੇ ਸੀ ਨੈਸ਼ਨਲਿਸਟ ਦੀ ਭਾਵਨਾ ਨੂੰ ਉਜਾਗਰ ਕਰਨ ਵਾਸਤੇ। ਇਹ ਵੀ ਆਪਾਂ ਨੂੰ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਹੁੰਦਾ ਵੀ ਕਿਹੜਾ ਇਹੋ ਜਿਹਾ ਲੀਡਰ ਹੈ ਜਿਹਨੇ ਨੈਸ਼ਨਲਿਜ਼ਮ ਦੀ ਭਾਵਨਾ ਉਜਾਗਰ ਕਰਨ ਵਾਸਤੇ ਗਣਪਤੀ ਫੈਸਟੀਵਲ ਜਾਂ ਸ਼ਿਵਾ ਫੈਸਟੀਵਲ ਔਰਗਨਾਈਜ਼ ਕਰਨੇ ਸਟਾਰਟ ਕੀਤੇ ਸੀਗੇ। ਤਾਂ ਆਪਣਾ ਆਨਸਰ ਆ ਜਾਊਗਾ ਬਾਲ ਗੰਗਾਧਰ ਤਿਲਕ। ਇਹਨਾਂ ਨੇ ਇਹ ਸਲੋਗਨ ਦਿੱਤਾ ਸੀਗਾ, ਸਵਰਾਜ ਇਜ਼ ਮਾਈ ਬਰਥ ਰਾਈਟ ਆਈ ਸ਼ੈਲ ਹੈਵ ਇਟ। ਸੋ ਇਹ ਵੀ ਜਿਹੜਾ ਸਲੋਗਨ ਹੈਗਾ ਉਹ ਵੀ ਬਾਲ ਗੰਗਾਧਰ ਤਿਲਕ ਦਾ ਦਿੱਤਾ ਹੋਇਆ। ਹੋਰ ਕਿਹਦੇ ਨਾਲ ਜੁੜੇ ਹੋਏ ਆ? ਮਰਾਠਾ ਅਤੇ ਕੇਸਰੀ 2 ਨਿਊਜ਼ਪੇਪਰ ਹੈਗੇ ਆ ਜਿਨ੍ਹਾਂ ਨਾਲ ਬਾਲ ਗੰਗਾਧਰ ਤਿਲਕ ਜੁੜੇ ਹੋਏ ਆ। ਉਸ ਤੋਂ ਬਾਅਦ ਕਿਹਦੇ ਨਾਲ ਜੁੜੇ ਹੋਏ ਆ? ਹੋਮ ਰੂਲ ਲੀਗ ਮੂਵਮੈਂਟ ਇਹਨਾਂ ਨੇ ਸਟਾਰਟ ਕੀਤੀ ਸੀ 1915 ਦੇ ਵਿੱਚ, ਉਹਦੇ ਨਾਲ ਵੀ ਬਾਲ ਗੰਗਾਧਰ ਤਿਲਕ ਜੁੜੇ ਹੋਏ ਆ, ਠੀਕ ਹੈ ਜੀ। ਸੋ ਇਹ ਸਾਰੀਆਂ ਗੱਲਾਂ ਜੋ ਮੈਂ ਤੁਹਾਨੂੰ ਐਕਸਟਰਾ ਲਿਖਵਾ ਰਿਹਾ, ਤੁਸੀਂ ਆਪਣੀ ਕਾਪੀ 'ਤੇ ਰੈਡ ਪੈਨ ਦੇ ਨਾਲ ਨੋਟ ਕਰ ਸਕਦੇ ਹੋ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਹੈ, ਠੀਕ ਹੈ ਜੀ। ਅਤੇ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ ਹੁਣ, ਜੋ ਆਪਣੇ ਲਈ ਰੈਲੇਵੈਂਟ ਹੈਗਾ। ਹਾਂਜੀ, ਨੈਕਸਟ ਕੁਐਸਚਨ ਹੈਗਾ, ਅਭਿਨਵ ਭਾਰਤ ਏ ਸੀਕ੍ਰੇਟ ਸੁਸਾਇਟੀ ਆਫ ਰੈਵੋਲੂਸ਼ਨਰੀ ਵਾਜ਼ ਆਰਗੇਨਾਈਜ਼ਡ ਬਾਏ ਦਾ। ਹੁਣ ਜਿਹੜੀ ਆਪਣੀ ਅਭਿਨਵ ਭਾਰਤ ਸੁਸਾਇਟੀ ਹੈਗੀ ਹੈ ਉਹ ਕਿਹਨੇ ਔਰਗਨਾਈਜ਼ ਕੀਤੀ ਸੀਗੀ? ਰੈਵੋਲੂਸ਼ਨਰੀ ਸੁਸਾਇਟੀ ਹੈਗੀ ਹੈ। ਤਾਂ ਆਪਣਾ ਆਨਸਰ ਆ ਜਾਊਗਾ VD ਸਾਵਰਕਰ ਨੇ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। VD ਸਾਵਰਕਰ ਹੀ ਪਹਿਲੇ ਪਰਸਨ ਸੀ ਜਿਨ੍ਹਾਂ ਨੇ ਕਿਹਾ ਸੀਗਾ ਵੀ ਜਿਹੜਾ 1857 ਦਾ ਰਿਵੋਲਟ ਹੈਗਾ ਫਸਟ ਵਾਰ ਆਫ ਇੰਡੀਪੈਂਡੈਂਸ ਹੈਗਾ, ਠੀਕ ਹੈ ਜੀ। ਸੋ ਇਹ ਸਾਰੀਆਂ ਗੱਲਾਂ ਆਪਾਂ ਪ੍ਰੀਵੀਅਸ ਲੈਕਚਰ ਜਿੰਨੇ ਵੀ ਕੀਤੇ ਹੈਗੇ ਉਹਨਾਂ 'ਚ ਦਿੱਤੀਆਂ ਹੋਈਆਂ। ਜਦੋਂ ਤੁਸੀਂ ਐਗਜ਼ਾਮ ਦੇਣ ਜਾਓਗੇ ਤੁਹਾਨੂੰ ਡਿਟੋ ਕੁਐਸਚਨ ਮਿਲਣਗੇ ਤੁਹਾਨੂੰ ਉੱਥੇ, ਜੇ ਭਾਵੇਂ ਤੁਸੀਂ ਮਤਲਬ ਅਗਰ ਤੁਸੀਂ ਨਾਇਬ ਤਹਿਸੀਲ ਦਾ ਐਗਜ਼ਾਮ ਦੇ ਰਹੇ ਹੋ ਜਾਂ ਕੋਈ ਹੋਰ ਪੰਜਾਬ PCS ਦਾ ਐਗਜ਼ਾਮ ਦੇ ਰਹੇ ਹੋ ਜਾਂ ਪਟਵਾਰੀ ਦਾ ਐਗਜ਼ਾਮ ਦੇ ਰਹੇ ਹੋ, ਤੁਹਾਨੂੰ ਡਿਟੋ ਕੁਐਸਚਨ ਉੱਥੇ ਵੇਖਣ ਨੂੰ ਮਿਲ ਜਾਣਗੇ ਜੋ ਆਪਾਂ ਕਰ ਰਹੇ ਹਾਂ। ਸੋ ਨਿਸੰਦੇਹ ਹੋ ਕੇ ਵਿਦਾਊਟ ਐਨੀ ਡਾਊਟ ਇਹਨਾਂ ਕੁਐਸਚਨ ਨੂੰ ਤੁਸੀਂ ਰੱਟਾ ਮਾਰ ਸਕਦੇ ਹੋ, ਯਾਦ ਕਰ ਸਕਦੇ ਹੋ, ਕਿਉਂਕਿ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀਆਂ ਚੀਜ਼ਾਂ ਇਹ। ਸੋ ਅਭਿਨਵ ਭਾਰਤ ਸੁਸਾਇਟੀ ਕਿਹਨੇ ਫਾਊਂਡ ਕੀਤੀ ਸੀ? ਤਾਂ ਆਪਣਾ ਆਨਸਰ ਆ ਜਾਊਗਾ VD ਸਾਵਰਕਰ। ਹੁਣ ਆਪਣੇ ਕੋਲੋਂ ਪੁੱਛ ਲਿਆ ਜਾਵੇ ਵੀ ਸਰਵੈਂਟ ਆਫ ਇੰਡੀਆ ਸੁਸਾਇਟੀ ਕਿਹਨੇ ਫਾਊਂਡ ਕੀਤੀ ਸੀ? ਤਾਂ ਆਪਣਾ ਆਨਸਰ ਆ ਜਾਊਗਾ GK ਗੋਖਲੇ ਨੇ, ਠੀਕ ਹੈ ਜੀ। ਸੋ ਇਹ ਜਿਹੀਆਂ ਗੱਲਾਂ ਆਪਾਂ ਨੂੰ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦੀਆਂ ਹੁੰਦੀਆਂ, ਸਾਰਿਆਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਪੋਲੀਟੀਕਲ ਆਰਗੇਨਾਈਜੇਸ਼ਨ ਦੀ ਮੈਂ ਸਪੈਸ਼ਲ ਲਿਸਟ ਤੁਹਾਨੂੰ ਕਰਵਾਈ ਹੈ ਪਿਛਲੇ ਲੈਕਚਰ ਦੇ ਵਿੱਚ, ਜਿਨ੍ਹਾਂ ਨੇ ਨਹੀਂ ਵੇਖੀ ਜਾ ਕੇ ਜ਼ਰੂਰ ਵੇਖੋ। ਜਿਵੇਂ ਕਿ ਉਹਦੇ ਵਿੱਚ ਮੈਂ ਦੱਸਿਆ ਹੋਇਆ ਈਸਟ ਇੰਡੀਆ ਐਸੋਸੀਏਸ਼ਨ ਦਾਦਾ ਭਾਈ ਨਰੋਜੀ ਨੇ ਬਣਾਈ ਹੈ, ਇੰਡੀਅਨ ਐਸੋਸੀਏਸ਼ਨ SN ਬੈਨਰਜੀ ਨੇ ਬਣਾਈ ਹੈਗੀ ਹੈ, ਇੰਡੀਅਨ ਨੈਸ਼ਨਲ ਕਾਂਗਰਸ AO ਹਿਊਮ ਨੇ ਬਣਾਈ ਹੈਗੀ ਹੈ, ਬੰਬੇ ਪ੍ਰੈਜ਼ੀਡੈਂਸੀ ਕਿਹਨੇ ਬਣਾਈ ਹੈਗੀ? ਦਾਦਾ ਭਾਈ ਨਰੋਜੀ ਅਤੇ KT ਤਲਾਂਗ ਨੇ। ਸੋ ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਲਾਸਟ ਲੈਕਚਰ ਦੇ ਵਿੱਚ
ਆਪਾਂ ਸਾਰੀਆਂ ਗੱਲਾਂ ਡਿਸਕਸ ਕਰ ਚੁੱਕੇ ਹਾਂ। ਜਿਨ੍ਹਾਂ ਨੇ ਨਹੀਂ ਵੇਖੇ ਜਾ ਕੇ ਲੈਕਚਰ, ਪ੍ਰੀਵੀਅਸ ਲੈਕਚਰ ਜਾ ਕੇ ਜ਼ਰੂਰ ਵੇਖੋ, ਤੁਹਾਡੇ ਐਗਜ਼ਾਮ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗੇ ਆ। ਹੂ ਅਮੰਗ ਦ ਫੋਲੋਇੰਗ ਸਟਾਰਟਡ ਦਾ ਮਿੱਤਰਾ ਮੇਲਾ ਯੂਨੀਅਨ, ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਹੈ, ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛੀ ਗਈ ਹੈਗੀ ਹੈ ਵੀ ਮਿੱਤਰਾ ਮੇਲਾ ਯੂਨੀਅਨ ਕਿਹਨੇ ਫਾਊਂਡ ਕੀਤੀ ਸੀ, ਤਾਂ ਆਪਣਾ ਆਂਸਰ ਆ ਜਾਊਗਾ VD ਸਾਵਰਕਰ ਨੇ, ਜਾਂ ਕਹਿ ਸਕਦੇ ਆ ਵਿਨਾਇਕ ਦਮੋਦਰ ਸਾਵਰਕਰ ਨੇ। ਅਭਿਨਵ ਭਾਰਤ ਸੁਸਾਇਟੀ ਕਿਹਨੇ ਫਾਊਂਡ ਕੀਤੀ, VD ਸਾਵਰਕਰ ਨੇ। ਮਿੱਤਰਾ ਮੇਲਾ ਸੁਸਾਇਟੀ ਕਿਹਨੇ ਫਾਊਂਡ ਕੀਤੀ, ਵਿਨਾਇਕ ਦਮੋਦਰ ਸਾਵਰਕਰ ਨੇ। ਸੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਅਤੇ ਰਾਮੋਸੀ ਰੰਬੀਲੀਅਨ ਦੇ ਨਾਲ ਕੌਣ ਜੁੜਿਆ ਹੋਇਆ, VD ਸਾਵਰਕਰ ਜੁੜੇ ਹੋਏ ਹੈ। ਸੋ ਇਹ ਵੀ ਤੁਸੀਂ ਲਿਖ ਸਕਦੇ ਹੋ। ਜੋ ਚੀਜ਼ਾਂ ਇੰਪੋਰਟੈਂਟ ਹੈਗੀਆਂ, ਤੁਸੀਂ ਜਦੋਂ ਵੀ ਲੈਕਚਰ ਵੇਖਦੇ ਹੋ ਤੁਸੀਂ ਆਪਣੇ ਕੋਲ ਇੱਕ ਰੈੱਡ ਪੈਨ ਰੱਖ ਲੈਣਾ, ਜਾਂ ਕਿਸੇ ਵੀ ਰੰਗ ਕਲਰ ਦਾ ਪੈਨ ਰੱਖ ਲੈਣਾ, ਅਤੇ ਕਾਪੀ ਰੱਖ ਲੈਣੀ ਹੈ। ਜਿਹੜੀਆਂ ਵੀ ਐਕਸਟਰਾ ਚੀਜ਼ਾਂ ਆਪਾਂ ਕਰ ਰਹੇ ਹਾਂ ਤੁਸੀਂ ਇਹਨਾਂ ਨੂੰ ਪੈਨ ਡਾਊਨ ਕਰੀ ਜਾਣਾ, ਠੀਕ ਹੈ। ਇਨ ਵਿਚ ਈਅਰ ਦਾ ਰਾਸ਼ਟਰੀ ਸਵਯਮ ਫਾਊਂਡਡ ਬਾਏ ਦਾ ਹੈਡਗਵਰ। ਸੋ 1925 ਦੇ ਵਿੱਚ ਬਣੀ ਸੀਗੀ। RSS ਕਹਿ ਸਕਦੇ ਹਾਂ ਆਪਣੇ, ਕਿਹਨੇ ਦੁਆਰਾ ਫਾਊਂਡ ਕੀਤੀ ਗਈ, ਹੈਡਗਵਰ ਦੁਆਰਾ ਫਾਊਂਡ ਕੀਤੀ ਗਈ ਸੀ। ਕਦੋਂ ਫਾਊਂਡ ਹੋਈ ਸੀਗੀ, 1925 ਦੇ ਵਿੱਚ ਹੋਈ ਸੀਗੀ। ਹੁਣ ਆਪਾਂ ਨੂੰ ਪੁੱਛ ਲਿਆ ਜਾਂਦਾ ਵੀ ਯੁੰਗਤਾਰ ਪਾਰਟੀ ਕਿਹਦੇ ਦੁਆਰਾ ਲੀਡ ਕੀਤੀ ਗਈ ਸੀ, ਤਾਂ ਆਪਣਾ ਆਂਸਰ ਆ ਜਾਊਗਾ ਦਤਿੰਦਰ ਨਾਥ ਮੁਖਰਜੀ ਦੁਆਰਾ ਯੁੰਗਤਾਰ ਪਾਰਟੀ ਲੀਡ ਕੀਤੀ ਗਈ ਸੀ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, ਇਹਨੂੰ ਵੀ ਤੁਸੀਂ ਰੈੱਡ ਪੈਨ ਦੇ ਨਾਲ ਮਾਰਕ ਕਰ ਲੈਣਾ ਵੀ ਜਿਹੜੀ ਯੁੰਗਤਾਰ ਪਾਰਟੀ ਹੈਗੀ ਹੈ ਕਿਹਦੇ ਦੁਆਰਾ ਲੀਡ ਕੀਤੀ ਗਈ ਸੀ, ਤਾਂ ਆਪਣਾ ਆਂਸਰ ਆ ਜਾਊਗਾ ਦਤਿੰਦਰ ਨਾਥ ਮੁਖਰਜੀ ਦੁਆਰਾ। RSS ਕਦੋਂ ਫਾਰਮਡ ਹੋਈ ਸੀਗੀ, 1925 ਦੇ ਵਿੱਚ। ਕਿਹਨੇ ਫਾਰਮ ਕੀਤੀ ਸੀ, ਹੈਡਗਵਰ ਨੇ ਫਾਰਮ ਕੀਤੀ ਸੀ, ਠੀਕ ਹੈ ਜੀ। ਸੋ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੇ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਐਕਸਟ੍ਰੀਮਲੀ ਇੰਪੋਰਟੈਂਟ ਹੈਗੀ ਆ। ਸੋ ਬਾਕੀ ਜੋ 1857 ਦੇ ਯੁੱਧ ਦੇ ਮੇਜਰ ਲੀਡਰ ਸੀ ਉਹ ਵੀ ਤੁਸੀਂ ਯਾਦ ਰੱਖਣੇ ਆ, ਜਿਵੇਂ ਕਿ ਬਿਹਾਰ ਦੇ ਵਿੱਚ ਕੌਣ ਸੀਗਾ, ਜਾਂ ਮਤਲਬ ਕਹਿ ਸਕਦੇ ਹਾਂ ਵੀ ਜਿਵੇਂ ਲਖਨਊ ਦੇ ਵਿੱਚ ਹਜ਼ਰਤ ਮਹਿਲ ਸੀਗੇ, ਜਾਂ ਕਹਿ ਸਕਦੇ ਕਾਨਪੁਰ ਦੇ ਵਿੱਚ ਕੌਣ ਸੀਗਾ। ਬਿਹਾਰ ਦੇ ਵਿੱਚ ਆਪਾਂ ਨੂੰ ਲਾਸਟ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ, PCS ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈ। ਸੋ ਇਸੇ ਤਰ੍ਹਾਂ ਤੁਹਾਨੂੰ ਕੁਐਸਚਨ ਪੁੱਛੇ ਜਾ ਸਕਦੇ। ਯੁੰਗਤਾਰ ਪਾਰਟੀ ਕਿਹਨੇ ਲੀਡ ਕੀਤੀ ਸੀ, ਜਤਿੰਦਰ ਨਾਥ ਮੁਖਰਜੀ ਨੇ। RSS ਕਦੋਂ ਫਾਰਮਡ ਹੋਈ ਸੀ, 1925 ਦੇ ਵਿੱਚ। ਮਿੱਤਰਾ ਮੇਲਾ ਯੂਨੀਅਨ ਕਿਹਨੇ ਫਾਊਂਡ ਕੀਤੀ, VD ਸਾਵਰਕਰ ਨੇ। ਅਭਿਨਵ ਭਾਰਤ ਕਿਹਨੇ ਫਾਊਂਡ ਕੀਤੀ, VD ਸਾਵਰਕਰ ਨੇ, ਠੀਕ ਹੈ। ਇੰਡੀਅਨ ਐਸੋਸੀਏਸ਼ਨ SN ਬੈਨਰਜੀ ਨੇ, ਠੀਕ ਹੈ। ਈਸਟ ਇੰਡੀਆ ਐਸੋਸੀਏਸ਼ਨ ਦਾਦਾ ਭਾਈ ਨਰੋਜੀ ਨੇ। ਇੰਡੀਅਨ ਨੈਸ਼ਨਲ ਕਾਂਗਰਸ AO ਹਿਊਮ ਨੇ, ਠੀਕ ਹੈ ਜੀ। ਸੋ ਇਸੇ ਤਰ੍ਹਾਂ ਤੁਹਾਨੂੰ ਸਾਰੀਆਂ ਚੀਜ਼ਾਂ ਯਾਦ ਹੋਣੀ ਚਾਹੀਦੀਆਂ। ਇਸੇ ਤਰ੍ਹਾਂ ਤੁਸੀਂ ਇੱਕਦਮ ਪ੍ਰੀਸਾਈਜ਼ਲੀ ਚੀਜ਼ਾਂ ਨੂੰ ਯਾਦ ਕਰਨਾ, ਅਤੇ ਇਸੇ ਤਰ੍ਹਾਂ ਤੁਸੀਂ ਰੱਟੇ ਮਾਰਨੇ ਆ, ਕਿਉਂਕਿ ਤੁਹਾਨੂੰ ਰੱਟੇ ਤੋਂ ਬਿਨਾਂ ਯਾਦ ਨਹੀਂ ਹੋਣੀਆਂ। ਸੋ ਵਾਰ-ਵਾਰ ਰਿਪੀਟ ਕਰੀ ਜਾਣੀ, ਇੱਕ ਦੂਜੇ ਕੋਲ ਸੁਣੀ ਜਾਣੀ, ਤਾਂ ਹੀ ਤੁਹਾਨੂੰ ਚੀਜ਼ਾਂ ਯਾਦ ਹੋਣਗੀਆਂ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਹਾਂਜੀ, ਨੈਕਸਟ ਕੁਐਸਚਨ ਹੈਗਾ ਐਕਟੀਵਿਟੀਜ਼ ਆਫ ਦਾ ਬਰਿੰਦਰਨਾਥ ਘੋਸ਼ ਐਂਡ ਹੈਡ ਗਿਵਨ ਬਰਥ ਸੀਕ੍ਰੇਟ ਰੈਵੋਲੂਸ਼ਨਰੀ ਆਰਗੇਨਾਈਜੇਸ਼ਨ ਨੇਮਡ ਐਜ਼ ਦਾ ਅਨੁਸ਼ੀਲਨ ਸਮਿਤੀ। ਸੋ ਬਰਿੰਦਰਨਾਥ ਘੋਸ਼ ਦੀਆਂ ਸੀਕ੍ਰੇਟ ਐਕਟੀਵਿਟੀਜ਼ ਜਿਹੜੀਆਂ ਕਿ ਰੈਵੋਲੂਸ਼ਨਰੀ ਐਕਟੀਵਿਟੀਜ਼ ਉਹਨਾਂ ਦੁਆਰਾ ਕੰਡਕਟ ਕੀਤੀਆਂ ਜਾ ਰਹੀਆਂ ਸੀ, ਉਹਨਾਂ ਨੇ ਇੱਕ ਸਮਿਤੀ ਨੂੰ ਜਨਮ ਦਿੱਤਾ। ਉਹ ਤਾਂ ਸਮਿਤੀ ਦਾ ਨਾਮ ਕੀ ਸੀਗਾ, ਤਾਂ ਆਪਣਾ ਆਂਸਰ ਆ ਜਾਊਗਾ ਅਨੁਸ਼ੀਲਨ ਸਮਿਤੀ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਆਪਾਂ ਵੇਖੀਏ ਤਾਂ ਕਿਹੜੀ ਸਮਿਤੀ ਨੂੰ ਜਨਮ ਦਿੱਤਾ, ਤਾਂ ਆਪਣਾ ਆਂਸਰ ਆ ਜਾਊਗਾ ਅਨੁਸ਼ੀਲਨ ਸਮਿਤੀ ਨੂੰ ਜਨਮ ਦਿੱਤਾ। ਜਿਹੜੀ ਬਰਿੰਦਰਨਾਥ ਘੋਸ਼ ਦੁਆਰਾ ਦੀ ਜਿਹੜੀਆਂ ਐਕਟੀਵਿਟੀਜ਼ ਕੀਤੀਆਂ ਜਾ ਰਹੀਆਂ ਸੀ, ਉਹਨਾਂ ਦੁਆਰਾ ਰੈਵੋਲੂਸ਼ਨਰੀ ਐਕਟੀਵਿਟੀਜ਼ ਕੀਤੀਆਂ ਜਾ ਰਹੀਆਂ ਸੀਗੀਆਂ, ਉਹਨੇ ਕਿਸ ਸੁਸਾਇਟੀ ਨੂੰ ਜਾਂ ਕਹਿ ਸਕਦਾ ਕਿਸ ਸਮਿਤੀ ਨੂੰ ਜਨਮ ਦਿੱਤਾ, ਤਾਂ ਆਪਣਾ ਆਂਸਰ ਆ ਜਾਊਗਾ ਅਨੁਸ਼ੀਲਨ ਸਮਿਤੀ ਨੂੰ ਜਨਮ ਦਿੱਤਾ, ਠੀਕ ਹੈ। ਵਿਚ ਈਅਰ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਵਾਜ਼ ਫਾਊਂਡਡ, ਜਾਂ ਕਹਿ ਸਕਦੇ ਹਾਂ ਵਾਜ਼ ਇਸਟੈਬਲਿਸ਼ਡ। ਤਾਂ 1924 ਦੇ ਵਿੱਚ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਫਾਊਂਡ ਹੋਈ ਸੀ, ਜਿਹਨੂੰ ਕਹਿ ਸਕਦੇ ਹਾਂ HRA। ਇਹਦੇ ਮੇਜਰ ਲੀਡਰ ਕੌਣ ਸੀਗੇ, ਜਿਵੇਂ ਕਿ ਰਾਮ ਪ੍ਰਸਾਦ ਬਿਸਮਿਲ ਹੋ ਗਏ, ਜਾਂ ਜਿਹੜੇ ਵੀ ਜਿੰਨੇ ਵੀ ਲੀਡਰ ਕੋਕੋਰੀ ਕੇਸ ਕੋਕੋਰੀ ਜਿਹੜੀ ਆਪਣਾ ਕੌਂਸਪੀਰੇਸੀ ਕੇਸ ਸੀਗਾ ਉਹਦੇ ਨਾਲ ਜੁੜੇ ਹੋਏ ਸੀ, ਸਾਰੇ ਦੇ ਸਾਰੇ ਇਹਦੀ ਫਾਊਂਡੇਸ਼ਨ ਦੇ ਨਾਲ ਵੀ ਜੁੜੇ ਹੋਏ ਸੀ, ਠੀਕ ਹੈ ਜੀ। ਰਾਮ ਪ੍ਰਸਾਦ ਬਿਸਮਿਲ, ਅਸ਼ਫੁੱਲਾ ਖਾਨ, ਸੋ ਸਾਰੇ ਦੇ ਸਾਰੇ, ਪਤਿੰਦਰ ਲਹਿਰੀ, ਸੋ ਸਾਰੇ ਦੇ ਸਾਰੇ ਕਿਹਦੇ ਨਾਲ ਜੁੜੇ ਹੋਏ ਸੀਗੇ, ਕੋਕੋਰੀ ਕੌਂਸਪੀਰੇਸੀ ਕੇਸ ਦੇ ਨਾਲ ਜੁੜੇ ਹੋਏ ਸੀ, ਜਿਹੜਾ ਹੋਇਆ ਸੀਗਾ 8 ਅਗਸਤ 1925 ਨੂੰ। ਸੋ ਜਿਹੜੀ ਜਿਹਨਾਂ ਰੰਗ ਦੇ ਬਸੰਤੀ ਮੂਵੀ ਵੇਖੀ ਹੋਊਗੀ, ਸਾਰਿਆਂ ਨੂੰ ਪਤਾ ਹੋਊਗਾ ਕਿਹੜੇ ਕਿਹੜੇ ਲੀਡਰ ਜੁੜੇ ਹੋਏ ਸੀ ਕੋਕੋਰੀ ਕੌਂਸਪੀਰੇਸੀ ਕੇਸ ਦੇ ਨਾਲ। ਉਹ ਸਾਰੇ ਦੇ ਸਾਰਿਆਂ ਨੇ ਫਾਰਮਡ ਕੀਤੀ ਸੀਗੀ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ, ਠੀਕ ਹੈ ਜੀ। ਸੋ ਸਾਰੀਆਂ ਦੀਆਂ ਸਾਰੀਆਂ ਰੈਵੋਲੂਸ਼ਨਰੀ ਆਰਗੇਨਾਈਜੇਸ਼ਨ ਸੀਗੀਆਂ, ਇਹਨਾਂ ਨੂੰ ਤੁਸੀਂ ਯਾਦ ਰੱਖਣਾ। ਰੈਵੋਲੂਸ਼ਨਰੀ ਦਾ ਮਤਲਬ ਕੀ ਹੁੰਦਾ, ਥੋੜ੍ਹਾ ਤੁਹਾਨੂੰ ਡੈਪਥ ਦੇ ਵਿੱਚ ਦੱਸਣਾ ਚਾਹੁੰਦਾ। ਰੈਵੋਲੂਸ਼ਨਰੀ ਦਾ ਮਤਲਬ ਕੀ ਹੁੰਦਾ, ਜਿਹੜਾ ਇੱਕੋ ਦਮ ਬ੍ਰਿਟਿਸ਼ ਰੂਲ ਨੂੰ ਉਖਾੜਨਾ ਚਾਹੁੰਦੇ ਸੀਗੇ। ਉਹ ਚਾਹੁੰਦੇ ਸੀਗੇ ਵੀ ਅੱਜੇ ਹੀ ਬ੍ਰਿਟਿਸ਼ ਰੂਲ ਖਤਮ ਹੋ ਜਾਏ, ਵਾਇਲੈਂਸ ਦੇ ਨਾਲ ਰੂਲ ਨੂੰ ਖਤਮ ਕਰਨਾ ਚਾਹੁੰਦੇ ਸੀਗੇ, ਦਬਾਅ ਦੇ ਨਾਲ ਖਤਮ ਕਰਨਾ ਚਾਹੁੰਦੇ ਸੀਗੇ। ਪਰ ਜਿਹੜੇ ਗਾਂਧੀਅਨ ਮੈਥਡ ਸੀਗੇ ਉਹ ਕੀ ਮਤਲਬ ਐਡਵੋਕੇਟ ਕਰਦੇ ਹੁੰਦੇ ਸੀ ਕਿ ਵੀ ਹਾਂ ਇੱਦਾਂ ਨਹੀਂ ਇੱਕੋ ਦਮ ਦੇ ਵਿੱਚ ਜਿਹੜਾ ਬ੍ਰਿਟਿਸ਼ ਰੂਲ ਹੈ ਖਤਮ ਹੋਣ ਵਾਲਾ, ਆਰਾਮ ਦੇ ਨਾਲ ਬ੍ਰਿਟਿਸ਼ ਰੂਲ ਨੂੰ ਖਦੇੜਿਆ ਜਾ ਸਕਦਾ ਹੁੰਦਾ, ਇੱਕੋ ਵਾਰੀ ਬ੍ਰਿਟਿਸ਼ ਰੂਲ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਸੋ ਇਹ ਜਿਹੜੀ ਐਕਟੀਵਿਟੀ ਹੁੰਦੀ ਸੀਗੀ ਉਹ ਹੁੰਦੀ ਸੀਗੀ, ਉਹ ਕਹਿੰਦੇ ਉਹ ਕੌਣ ਐਡਵੋਕੇਟ ਕਰਦੇ ਹੁੰਦੇ ਸੀ, ਉਹ ਗਾਂਧੀਅਨ ਐਡਵੋਕੇਟ ਕਰਦੇ ਹੁੰਦੇ ਸੀਗੇ ਬਈ ਹਾਂ ਆਰਾਮ ਦੇ ਨਾਲ ਅਸੀਂ ਬ੍ਰਿਟਿਸ਼ ਰੂਲ ਨੂੰ ਉਖਾੜਾਂਗੇ। ਪਰ ਜਿਹੜੇ ਰੈਵੋਲੂਸ਼ਨਰੀਜ਼ ਹੁੰਦੇ ਸੀਗੇ, ਜਿਵੇਂ ਭਗਤ ਸਿੰਘ ਹੋ ਗਏ, ਆਪਣੇ ਅਸ਼ਫੁੱਲਾ ਖਾਨ ਹੋ ਗਏ, ਰਾਮ ਪ੍ਰਸਾਦ ਬਿਸਮਿਲ ਹੋ ਗਏ, ਜਾਂ ਹੋਰ ਜਿਹੜੇ ਆਪਣੇ ਮੇਜਰ ਲੀਡਰ ਹੋ ਗਏ ਇਹਦੇ ਨਾਲ ਜੁੜੇ ਹੋਏ ਆ ਰੈਵੋਲੂਸ਼ਨਰੀ ਮੂਵਮੈਂਟ ਦੇ ਨਾਲ, ਉਹ ਚਾਹੁੰਦੇ ਸੀ ਵੀ ਅੱਜੇ ਹੀ ਆਪਣੇ ਬ੍ਰਿਟਿਸ਼ ਨੂੰ ਜਿਹੜੇ ਬ੍ਰਿਟਿਸ਼ ਰੂਲ ਕਰ ਰਹੇ ਉਹਨਾਂ ਨੂੰ ਉਖਾੜ ਦਿੱਤਾ ਜਾਵੇ, ਠੀਕ ਹੈ ਜੀ।
ਦੋਨੇ ਹੀ ਆਪਣੀ ਆਪਣੀ ਜਗ੍ਹਾ 'ਤੇ ਸਹੀ ਸੀ, ਦੋਨਾਂ ਦੀ ਆਪਣੀ ਆਪਣੀ ਆਈਡੀਓਲੋਜੀ ਸੀਗੀਆਂ। ਠੀਕ ਹੈ ਜੀ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਦਾ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਵਾਜ਼ ਫਾਊਂਡਡ ਹੈ। ਜਿਹੜੀ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਫਾਊਂਡ ਹੋਈ ਹੈ ਉਹ ਕਦੋਂ ਹੋਈ ਸੀਗੀ? ਇਹ ਤਾਂ ਆਪਾਂ ਪੜ੍ਹ ਲਿਆ, 1924 ਦੇ ਵਿੱਚ ਹੋਈ ਸੀਗੀ। ਅਤੇ ਕਿੱਥੇ ਹੋਈ ਸੀਗੀ ਆਪਾਂ ਨੂੰ ਪਤਾ ਹੋਣਾ ਚਾਹੀਦਾ। ਇਹ ਹੋਈ ਸੀ ਕਾਨਪੁਰ ਦੇ ਵਿੱਚ। ਇਹ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੈਗਾ ਵੀ ਜਿਹੜੀ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਹੈਗੀ ਹੈ ਕਿੱਥੇ ਫਾਊਂਡ ਹੋਈ ਸੀ? ਤਾਂ ਆਪਣਾ ਆਨਸਰ ਆ ਜਾਊਗਾ ਕਾਨਪੁਰ ਦੇ ਵਿੱਚ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਫਾਊਂਡ ਹੋਈ ਸੀਗੀ। ਠੀਕ ਹੈ ਜੀ। ਹਾਂਜੀ, ਆਪਣਾ ਨੈਕਸਟ ਕੁਐਸਚਨ ਹੈਗਾ ਹੂ ਅਮੰਗ ਆਫ ਦਾ ਫੋਲੋਇੰਗ ਵਾਜ਼ ਨਾਟ ਅ ਮੈਂਬਰ ਆਫ ਦਾ ਆਲ ਦਾ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ। ਹੁਣ ਇਹਨਾਂ ਚਾਰਾਂ 'ਚੋਂ ਕਿਹੜਾ ਅਜਿਹਾ ਬੰਦਾ ਹੈ ਜੋ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦਾ ਮੈਂਬਰ ਹੈ ਨਹੀਂ ਸੀਗਾ? ਸੋ ਸਾਰੇ ਦੇ ਸਾਰੇ ਮੈਂਬਰ ਸੀਗੇ। ਸ਼ਿਵ ਵਰਮਾ ਇਹਨਾਂ ਦਾ ਮੈਂਬਰ ਹੈ ਨਹੀਂ ਸੀਗਾ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਭਗਤ ਸਿੰਘ, ਰਾਮ ਪ੍ਰਸਾਦ ਬਿਸਮਿਲ, ਚੰਦਰ ਸ਼ੇਖਰ ਆਜ਼ਾਦ ਸਾਰੇ ਦੇ ਸਾਰੇ ਮੈਂਬਰ ਸੀਗੇ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦੇ। ਸੋ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਇਹ ਚੀਜ਼। ਬਾਕੀ ਸਾਰਿਆਂ ਨੂੰ ਪਤਾ ਹੀ ਹੋਊਗੀ ਅਗਰ ਤੁਸੀਂ ਰੈਵੋਲੂਸ਼ਨਰੀ ਮੂਵਮੈਂਟਸ ਨੂੰ ਢੰਗ ਦੇ ਨਾਲ ਪੜ੍ਹਿਆ ਹੋਇਆ ਹੈਗਾ। ਆਪਾਂ ਬਹੁਤ ਹੀ ਡਿਟੇਲ ਵੇ ਦੇ ਵਿੱਚ ਆਪਾਂ ਆਪਣੇ ਜਿਹੜੇ ਪੇਡ ਕੋਰਸਿਸ ਹੈਗੇ ਉਹਦੇ ਵਿੱਚ ਆਪਾਂ ਕੀਤੀ ਹੈਗੀ ਆ। ਸੋ ਤੁਸੀਂ ਵੇਖ ਸਕਦੇ ਹੋ ਉੱਥੇ। ਸੋ ਆਪਾਂ ਨੈਕਸਟ ਕੁਐਸਚਨ ਪੜ੍ਹਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ। ਹੂ ਅਮੰਗ ਆਫ ਦਾ ਫੋਲੋਇੰਗ ਹੈਂਗ ਇਨ ਦਾ ਕਕੋਰੀ ਕੰਪਨੀ ਕੇਸ ਕੌਂਸਪੀਰੇਸੀ ਕੇਸ ਬਾਏ ਦਾ ਇੰਗਲਿਸ਼ ਗੌਰਮੈਂਟ। ਸੋਰੀ ਇੱਥੇ ਥੋੜ੍ਹਾ ਜਿਹਾ ਮਿਸਪ੍ਰਿੰਟ ਹੋ ਗਿਆ ਵੀ ਕਕੋਰੀ ਕੌਂਸਪੀਰੇਸੀ ਕੇਸ ਦੀ ਗੱਲ ਕਰ ਰਹੇ ਹਾਂ ਜੋ ਕਿ 1925 ਦੇ ਵਿੱਚ ਹੋਇਆ ਸੀਗਾ। 5 ਅਗਸਤ 1925 ਨੂੰ 8 ਅਗਸਤ 1925 ਨੂੰ ਹੋਇਆ ਸੀਗਾ ਕਕੋਰੀ ਕੌਂਸਪੀਰੇਸੀ ਕੇਸ। ਜਿਹੜਾ ਇੰਗਲਿਸ਼ ਗੌਰਮੈਂਟ ਦੀ ਜਿਹੜੀ ਟ੍ਰੇਨ ਹੈਗੀ ਹੈ ਜੋ ਹਥਿਆਰਾਂ ਨਾਲ ਲੱਦੀ ਜਾ ਰਹੀ ਸੀ ਉਹਨੂੰ ਲੁੱਟਿਆ ਗਿਆ ਸੀਗਾ। ਅਤੇ ਜਾਂ ਜਿਹੜੇ ਵਿੱਚ ਉਹਦੇ ਵਿੱਚ ਖਜ਼ਾਨਾ ਸੀਗਾ ਉਹ ਲੁੱਟਿਆ ਗਿਆ ਸੀਗਾ। ਕਕੋਰੀ ਕੌਂਸਪੀਰੇਸੀ 1925 ਦੇ ਵਿੱਚ ਹੋਇਆ ਸੀ। ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਦੇ ਵਿੱਚ ਕਿਹਨੂੰ ਹੈਂਗ ਕੀਤਾ ਗਿਆ ਸੀਗਾ ਟਿਲ ਦੀ ਡੈਥ? ਤਾਂ ਆਪਣਾ ਆਨਸਰ ਆ ਜਾਊਗਾ ਰਾਮ ਪ੍ਰਸਾਦ ਬਿਸਮਿਲ ਨੂੰ ਹੈਂਗ ਕੀਤਾ ਗਿਆ ਸੀਗਾ ਇਨ ਦੀ ਕਕੋਰੀ ਕੌਂਸਪੀਰੇਸੀ ਕੇਸ। ਠੀਕ ਹੈ, ਸੋ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਸੋ ਨੈਕਸਟ ਹੈਗਾ ਕਕੋਰੀ ਕੌਂਸਪੀਰੇਸੀ ਕੇਸ ਟੁਕ ਪਲੇਸ ਇਨ ਦਾ ਈਅਰ। ਸੋ ਆਪਾਂ ਇਹ ਆਲਰੇਡੀ ਚੀਜ਼ ਵਾਰ-ਵਾਰ ਤੁਹਾਨੂੰ ਮੈਂ ਦੱਸ ਚੁੱਕਿਆ ਵੀ ਕਕੋਰੀ ਕੌਂਸਪੀਰੇਸੀ ਕੇਸ 1925 ਦੇ ਵਿੱਚ ਹੋਇਆ ਸੀ। ਕਈ ਵਾਰੀ ਆਪਾਂ ਨੂੰ ਕਰੋਨੋਲੋਜੀਕਲ ਆਰਡਰ ਪੁੱਛ ਲਿਆ ਜਾਂਦਾ ਹੁੰਦਾ। ਕਕੋਰੀ ਕੌਂਸਪੀਰੇਸੀ ਕੇਸ ਦੇ ਦੇਣਗੇ ਆਪਾਂ ਨੂੰ ਅਤੇ ਆਪਾਂ ਨੂੰ ਜਿਹੜੇ ਆਪਣੇ ਭਗਤ ਸਿੰਘ ਨੇ ਆਪਣੇ ਜਿਹੜੇ ਅਸੈਂਬਲੀ ਦੇ ਵਿੱਚ ਬੋਂਬ ਸਿੱਟੇ ਸੀਗੇ ਉਹਨਾਂ ਦੀ ਡੇਟ ਦੇ ਦੇਣਗੇ। ਆਪਾਂ ਨੂੰ 2-3 ਇਵੈਂਟਸ ਦੇ ਦਿੱਤੇ ਜਾਣਗੇ ਤਾਂ ਆਪਾਂ ਨੂੰ ਪੁੱਛ ਲਿਆ ਜਾਊਗਾ ਵੀ ਤਿੰਨਾਂ ਇਵੈਂਟਸ ਨੂੰ ਰੀਆਰਗਨਾਈਜ਼ ਕਰੋ ਕਰੋਨੋਲੋਜੀਕਲ ਆਰਡਰ ਦੇ ਵਿੱਚ, ਅਸੈਂਡਿੰਗ ਆਰਡਰ ਦੇ ਵਿੱਚ, ਡਿਸੈਂਡਿੰਗ ਆਰਡਰ ਦੇ ਵਿੱਚ। ਸੋ ਉਸੇ ਹਿਸਾਬ ਨਾਲ ਤੁਹਾਨੂੰ ਮੈਂ ਕਰਵਾ ਰਿਹਾ ਵੀ ਜਿਹੜਾ ਆਪਣਾ ਕਕੋਰੀ ਕੌਂਸਪੀਰੇਸੀ ਕੇਸ ਹੈ ਕਦੋਂ ਹੋਇਆ ਸੀਗਾ? 1925 ਦੇ ਵਿੱਚ। ਯੂਜ਼ਲੀ ਵੀ ਇਹ ਡੇਟ ਪੁੱਛ ਲਈ ਜਾਂਦੀ ਹੁੰਦੀ ਹੈ। ਠੀਕ ਹੈ ਜੀ। ਹਾਂਜੀ, ਆਪਣਾ ਨੈਕਸਟ ਕੁਐਸਚਨ ਕੀ ਹੈਗਾ? ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਵਾਜ਼ ਫਾਊਂਡ ਬਾਏ ਦਾ ਵੀ HSRA ਕਿਹਨੇ ਫਾਊਂਡ ਕੀਤੀ ਸੀ? ਤਾਂ ਆਪਣਾ ਆਨਸਰ ਆ ਜਾਊਗਾ ਚੰਦਰ ਸ਼ੇਖਰ ਆਜ਼ਾਦ ਨੇ ਜੋ ਪ੍ਰੋਮੀਨੈਂਟ ਲੀਡਰ ਸੀਗੇ। ਬਾਕੀ ਭਗਤ ਸਿੰਘ ਵੀ ਉਹਨਾਂ ਦੇ ਨਾਲ ਸੀਗੇ। ਜਿਹੜੇ ਮੈਂ ਪਹਿਲਾਂ ਪੜ੍ਹੀ ਸੀ ਆਰਗੇਨਾਈਜੇਸ਼ਨ ਉਹਦਾ ਨਾਮ ਕੀ ਸੀਗਾ? ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ। ਇਹਦੇ ਵਿੱਚ ਸੋਸ਼ਲਿਸਟ ਵਰਡ ਐਡ ਕਰ ਦਿੱਤਾ ਗਿਆ ਸੀ ਜਿਵੇਂ ਕਿ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਵਾਜ਼ ਫਾਊਂਡ ਬਾਏ ਦਾ ਚੰਦਰ ਸ਼ੇਖਰ ਆਜ਼ਾਦ in the year 1928 where Hindustan Socialist Republican Association was established। ਸੋ 1928 ਦੇ ਵਿੱਚ ਕਿੱਥੇ ਫਾਊਂਡ ਹੋਈ ਸੀਗੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ? ਤਾਂ ਆਪਣਾ ਆਨਸਰ ਆ ਜਾਊਗਾ ਦਿੱਲੀ ਦੇ ਵਿੱਚ। ਠੀਕ ਹੈ ਜੀ। HSRA ਕਦੋਂ ਫਾਊਂਡ ਹੋਈ ਸੀਗੀ? 1928 ਦੇ ਵਿੱਚ। ਜੇ HRA ਦੀ ਗੱਲ ਕਦੋਂ ਕੀਤੀ ਜਾਵੇ ਤਾਂ ਕਦੋਂ ਫਾਊਂਡ ਹੋਈ ਸੀਗੀ? 1924 ਦੇ ਵਿੱਚ। ਕਕੋਰੀ ਕੌਂਸਪੀਰੇਸੀ ਕਦੋਂ ਹੋਇਆ ਸੀਗਾ? ਤਾਂ ਆਪਣਾ ਆਨਸਰ ਆ ਜਾਊਗਾ 1925 ਦੇ ਵਿੱਚ। ਠੀਕ ਹੈ ਜੀ। ਉਹਨਾਂ ਦੇ ਪ੍ਰੋਮੀਨੈਂਟ ਲੀਡਰ ਕੌਣ ਸੀਗੇ? ਜਿਵੇਂ ਕਿ ਰਾਮ ਪ੍ਰਸਾਦ ਬਿਸਮਿਲ ਹੋ ਗਏ, ਅਸ਼ਫੁੱਲਾ ਖਾਨ ਹੋ ਗਏ, ਭਗਤ ਸਿੰਘ ਹੋ ਗਏ, ਰਾਮ ਪ੍ਰਸਾਦ ਲਹਿਰੀ ਹੋ ਗਏ। ਸੋ ਇਹ ਸਾਰੇ ਦੇ ਸਾਰੇ ਉਹਨਾਂ ਦੇ ਲੀਡਰ ਸੀਗੇ। ਠੀਕ ਹੈ। ਤਾਂ ਇਹਨਾਂ ਦੇ ਲੀਡਰ ਕਿਹੜੇ ਸੀਗੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਦੇ? ਮੇਜਰ ਲੀਡਰ ਸੀਗੇ ਸੁਭਾਸ਼ ਚੰਦਰ ਬੋਸ ਚੰਦਰ ਸ਼ੇਖਰ ਆਜ਼ਾਦ ਅਤੇ ਭਗਤ ਸਿੰਘ। ਠੀਕ ਹੈ। ਤਾਂ ਇਹ ਕਦੋਂ ਫਾਰਮਡ ਹੋਈ ਸੀਗੀ? 1928 ਦੇ ਵਿੱਚ। ਉਹ ਵਾਲੀ ਕਦੋਂ ਫਾਰਮਡ ਹੋਈ ਸੀਗੀ? 1924 ਦੇ ਵਿੱਚ। ਸੋ ਇੱਕ ਛੋਟਾ ਜਿਹਾ ਡਿਫਰੈਂਸ ਹੈਗਾ। ਤੁਸੀਂ ਇਹਨਾਂ ਨੂੰ ਯਾਦ ਰੱਖਣਾ, ਚੀਜ਼ਾਂ ਨੂੰ ਪ੍ਰੀਸਾਈਜ਼ਲੀ ਚੀਜ਼ਾਂ ਨੂੰ ਯਾਦ ਕਰ ਲੈਣਾ। ਇਹੀ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੀਆਂ ਜਾਣਗੀਆਂ। ਠੀਕ ਹੈ ਜੀ। ਇਹਨਾਂ ਦੇ ਮੈਂ ਤੁਹਾਨੂੰ ਕਾਰਨ ਦੱਸ ਦਿੰਦਾ ਵੀ ਜਿਹੜੀ ਰੈਵੋਲੂਸ਼ਨਰੀ ਮੂਵਮੈਂਟਸ ਹੋਈਆਂ ਕਿਉਂ ਸੀਗੀਆਂ। ਰੈਵੋਲੂਸ਼ਨਰੀ ਮੂਵਮੈਂਟਸ ਹੋਈਆਂ ਸੀ ਕਿਉਂਕਿ ਜਿਹੜੀਆਂ ਗਾਂਧੀਅਨ ਮੂਵਮੈਂਟ ਸੀਗੀਆਂ ਉਹਨਾਂ 'ਤੇ ਲੋਕਾਂ ਨੂੰ ਵਿਸ਼ਵਾਸ ਉੱਠ ਗਿਆ ਸੀ। ਜਿਵੇਂ ਕਿ ਫੇਲੀਅਰ ਹੋ ਗਿਆ ਸੀ ਨੋਨ ਕਾਰਪੋਰੇਸ਼ਨ ਮੂਵਮੈਂਟ ਦਾ, ਸਿਵਲ ਡਿਸਓਬੀਡੈਂਸ ਮੂਵਮੈਂਟ ਦਾ। ਤਾਂ ਲੋਕਾਂ ਨੂੰ ਲੱਗ ਗਿਆ ਸੀਗਾ ਵੀ ਇਹਨਾਂ ਕੋਲੋਂ ਕੁਛ ਨਹੀਂ ਹੋਣਾ। ਗਾਂਧੀਅਨ ਜਿਹੜੇ ਰਾਹ ਹੈਗੇ, ਗਾਂਧੀਅਨ ਰਾਹ ਹੈਗੇ, ਉਹਨਾਂ ਦੇ ਰਾਹੀਂ ਕੁਛ ਨਹੀਂ ਹੋ ਸਕਣਾ। ਤਾਂ ਉਹਨਾਂ ਨੇ ਰੈਵੋਲੂਸ਼ਨਰੀ ਮੂਵਮੈਂਟ ਦਾ ਜਿਹੜਾ ਰਸਤਾ ਅਪਣਾਇਆ, ਫੋਰਸ ਦੇ ਰਾਹੀਂ ਬ੍ਰਿਟਿਸ਼ ਗੌਰਮੈਂਟ ਨੂੰ ਇੰਡੀਆ 'ਚੋਂ ਉਖਾੜਨ ਦੀ ਕੋਸ਼ਿਸ਼ ਕੀਤੀ। ਅੱਡ ਅੱਡ ਜਿਹੜੇ ਆਪਣੇ ਤਰੀਕੇ ਅਪਣਾਏ, ਐਕਸਟਰੀਮਿਸਟ ਦੇ ਜਿਹੜੇ ਮੋਰ ਦੈਨ ਐਕਸਟਰੀਮਿਸਟ ਤਰੀਕੇ ਉਹਨਾਂ ਨੇ ਅਪਣਾਏ। ਠੀਕ ਹੈ ਜੀ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। 1924, 1928 ਸੁਭਾਸ਼ ਚੰਦਰ ਬੋਸ ਚੰਦਰ ਸ਼ੇਖਰ ਆਜ਼ਾਦ ਅਤੇ ਦਿੱਲੀ 1928 ਦੇ ਵਿੱਚ। ਉਹ ਵਾਲੀ ਕਿੱਥੇ ਫਾਰਮਡ ਹੋਈ ਸੀਗੀ? ਕਾਨਪੁਰ ਦੇ ਵਿੱਚ। ਸੋ ਇਸੇ ਤਰ੍ਹਾਂ ਆਪਾਂ ਚੀਜ਼ਾਂ ਨੂੰ ਯਾਦ ਕਰਨਾ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਭਗਤ ਸਿੰਘ ਥਰੂ ਏ ਬੋਂਬ ਇਨ ਦਾ ਸੈਂਟਰਲ ਅਸੈਂਬਲੀ ਅਲੋਂਗ ਵਿਦ ਦਾ। ਭਗਤ ਸਿੰਘ ਨੇ ਜਿਹੜਾ ਬੰਬ ਸਿੱਟਿਆ ਸੀਗਾ
ਉਹ ਕਿਹਦੀ ਹੈਲਪ ਦੇ ਨਾਲ ਸਿੱਟਿਆ ਸੀਗਾ, ਕਿਹਦੀ ਮਦਦ ਦੇ ਨਾਲ ਸਿੱਟਿਆ ਸੀ? ਆਪਣਾ ਆਂਸਰ ਆ ਜਾਊਗਾ ਬੁੱਤਕੇਸ਼ਵਰ ਦੱਤ ਦੇ ਨਾਲ। ਠੀਕ ਹੈ ਜੀ, ਬਟੁਕੇਸ਼ਵਰ ਦੱਤ ਦੇ ਨਾਲ ਉਹਨਾਂ ਨੇ ਮਿਲ ਕੇ ਬੰਬ ਸਿੱਟਿਆ ਸੀਗਾ। ਜਿਹੜੀ ਥਿਊਰੀ ਦਿੱਤੀ ਗਈ ਸੀ ਬੰਬ ਦੀ ਸਿੱਟਣ ਦੀ, ਬੰਬ ਦੀ ਜਿਹੜੀ ਫਿਲਾਸਫੀ ਹੈਗੀ ਹੈ ਉਹ ਵੀ ਇਹਨਾਂ ਦੀ ਹੈਲਪ ਦੇ ਨਾਲ ਲਿਖੀ ਗਈ ਸੀਗੀ। ਠੀਕ ਹੈ ਜੀ, ਸੋ ਇਹ ਹਾਰਮਲੈਸ ਬੰਬ ਸੀਗੇ, ਬਸ ਐਜੀਟੇਟ ਕਰਨ ਵਾਸਤੇ ਸੀਗੇ ਵੀ ਹਾਂ ਇੰਡੀਅਨਸ ਦੀਆਂ ਜਿਹੜੀਆਂ ਗੱਲਾਂ ਨਹੀਂ ਮੰਨੀਆਂ ਜਾ ਰਹੀਆਂ। ਸੋ ਕਿਹੜੇ ਬਿੱਲ ਹੈ ਦੋ ਜੋ ਪਾਸ ਹੋ ਰਹੇ ਸੀਗੇ ਜਦੋਂ ਬੰਬ ਸਿੱਟਿਆ ਗਿਆ ਸੀ? ਤਾਂ ਆਪਣਾ ਆਂਸਰ ਆ ਜਾਊਗਾ ਟ੍ਰੇਡ ਡਿਸਪਿਊਟ ਬਿੱਲ ਸੀਗਾ, ਜਿਹਦੇ ਦੌਰਾਨ ਇਹ ਬੰਬ ਸਿੱਟੇ ਗਏ ਸੀਗੇ। ਇਹ ਵੀ ਆਪਾਂ ਨੂੰ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਹੁੰਦਾ ਵੀ ਕਿਹੜੇ ਬਿੱਲ ਸੀਗੇ ਜਿਸ ਟਾਈਮ 'ਤੇ ਭਗਤ ਸਿੰਘ ਨੇ ਬੰਬ ਸਿੱਟੇ ਸੀ ਅਸੈਂਬਲੀ ਦੇ ਵਿੱਚ। ਤਾਂ ਆਪਣਾ ਆਂਸਰ ਆ ਜਾਊਗਾ ਟ੍ਰੇਡ ਡਿਸਪਿਊਟ ਬਿੱਲ ਦੇ ਜਦੋਂ ਮਤਲਬ ਉਹ ਪਾਸ ਕੀਤੇ ਜਾ ਰਹੇ ਸੀ, ਟ੍ਰੇਡ ਡਿਸਪਿਊਟ ਬਿੱਲ ਪਾਸ ਕੀਤੇ ਜਾ ਰਹੇ ਸੀਗੇ, ਉਦੋਂ ਭਗਤ ਸਿੰਘ ਨੇ ਅਸੈਂਬਲੀ ਦੇ ਵਿੱਚ ਬੰਬ ਸਿੱਟਿਆ ਸੀਗਾ। ਠੀਕ ਹੈ, ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਧਿਆਨ ਦੇ ਵਿੱਚ ਹੋਣੀਆਂ ਚਾਹੀਦੀਆਂ। ਭਗਤ ਸਿੰਘ ਸੁਖਦੇਵ ਐਂਡ ਦਾ ਰਾਜਗੁਰੂ ਵਾਸ ਸੈਂਟੈਂਸ ਟੂ ਦਾ ਡੈਥ ਇਨ ਦਾ ਲਾਹੌਰ ਕੌਂਸਪੀਰੇਸੀ ਕੇਸ। ਸੋ ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ ਵੀ ਕਿਹੜੇ ਕੇਸ ਦੇ ਵਿੱਚ ਭਗਤ ਸਿੰਘ ਨੂੰ, ਰਾਜਗੁਰੂ ਨੂੰ ਤੇ ਸੁਖਦੇਵ ਨੂੰ ਫਾਂਸੀ ਮਿਲੀ ਸੀਗੀ? ਤਾਂ ਆਪਣਾ ਆਂਸਰ ਆ ਜਾਊਗਾ ਲਾਹੌਰ ਕੌਂਸਪੀਰੇਸੀ ਕੇਸ ਦੇ ਵਿੱਚ ਤਿੰਨਾਂ ਬੰਦਿਆਂ ਨੂੰ ਫਾਂਸੀ ਮਿਲੀ ਸੀਗੀ। ਸੋ ਇਹ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਰੈਲੇਵੈਂਟ ਹੈਗੀਆਂ। ਠੀਕ ਹੈ ਜੀ, ਸੋ ਆਪਾਂ ਨੈਕਸਟ ਤੇ ਮੂਵ ਕਰਦੇ ਹਾਂ ਹੁਣੇ। ਸੋ ਆਪਣਾ ਨੈਕਸਟ ਕੁਐਸਚਨ ਹੈਗਾ ਨੇਮ ਦਾ ਫਸਟ ਰਿਕਾਰਡਡ ਮੁਸਲਿਮ ਹੂ ਵਾਜ਼ ਹੈਂਗਡ ਫॉर ਦਾ ਇੰਡੀਅਨ ਫਰੀडम। ਸੋ ਕਿਹੜੇ ਅਜੇ ਮੁਸਲਿਮ ਸੀਗੇ ਜਿਨ੍ਹਾਂ ਨੂੰ ਇੰਡੀਅਨ ਫਰੀडम ਸਟਰਗਲ ਵਾਸਤੇ ਹੈਂਗ ਕੀਤਾ ਗਿਆ ਸੀਗਾ ਪਹਿਲੇ ਮੁਸਲਿਮ? ਤਾਂ ਆਪਣਾ ਆਂਸਰ ਆ ਜਾਊਗਾ ਅਸ਼ਰਫ ਉल्ला ਖਾਨ। ਠੀਕ ਹੈ, ਇਹਨਾਂ ਨੂੰ ਵੀ ਕਕੋਰੀ ਕੌਂਸਪੀਰੇਸੀ ਕੇਸ ਵਾਸਤੇ ਹੈਂਗ ਕੀਤਾ ਗਿਆ ਸੀਗਾ। ਸੋ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੋਊਗਾ, ਹੋਪਫੁਲੀ ਸਾਰਿਆਂ ਨੂੰ ਪਤਾ ਹੋਊਗਾ। ਆਪਾਂ ਜਿਵੇਂ ਕਿ ਆਲਰੇਡੀ ਵੀ ਡਿਸਕਸ ਕਰ ਚੁੱਕਿਆ, ਕਕੋਰੀ ਕੌਂਸਪੀਰੇਸੀ ਕੇਸ 1925, HRA 1924, HSRA 1928। ਠੀਕ ਹੈ ਜੀ, ਉਹ ਕਾਨਪੁਰ ਦੇ ਵਿੱਚ ਫਾਰਮਡ ਹੋਈ ਸੀਗੀ, HSRA ਦਿੱਲੀ ਦੇ ਵਿੱਚ ਫਾਰਮਡ ਹੋਈ ਸੀਗੀ। ਸੋ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਸੋ ਨੈਕਸਟ ਹੈਗਾ ਹੂ ਅਮੰਗ ਆਫ ਦਾ ਫੋਲੋਇੰਗ ਆਰਗੇਨਾਈਜ਼ ਦਾ ਫੇਮਸ ਚਿੱਟਾਗੋਂਗ ਆਰਮਰੀ ਰੇਡ। ਇਹ ਸਾਰਿਆਂ ਨੂੰ ਪਤਾ ਹੋਊਗਾ ਵੀ ਜਿਹੜੀ ਚਿੱਟਾਗੋਂਗ ਆਰਮਰੀ ਰੇਡ ਜਿਹੜਾ ਕਿ ਹੁਣ ਪ੍ਰੈਜ਼ੈਂਟ ਬੰਗਲਾਦੇਸ਼ ਦੇ ਵਿੱਚ ਚਿੱਟਾਗੋਂਗ, ਉਹ ਕਿਹਨੇ ਲੀਡ ਕੀਤੀ ਸੀਗੀ, ਕਿਹਨੇ ਹੈਡ ਕੀਤੀ ਸੀ? ਤਾਂ ਆਪਣਾ ਆਂਸਰ ਆ ਜਾਊਗਾ ਸੂਰਿਆ ਸੇਨ ਨੇ। ਉਹਨਾਂ ਦੇ ਨਾਲ 2 ਵੂਮਨਸ ਵੀ ਸੀਗੀਆਂ, ਉਹਨਾਂ ਨੂੰ ਤੁਸੀਂ ਪੜ੍ਹ ਸਕਦੇ ਹੋ, ਨੈੱਟ ਤੋਂ ਸਰਚ ਕਰਨਾ, ਇਹ ਤੁਹਾਡਾ ਡਿਊਟੀ ਹੈਗੀ ਹੈ, ਤੁਸੀਂ ਪੜ੍ਹਨਾ। ਮੈਂ ਦੱਸਣ ਨੂੰ ਦੱਸ ਵੀ ਸਕਦਾ, ਪਰ ਤੁਸੀਂ ਚਿੱਟਾਗੋਂਗ ਆਰਮਰੀ ਰੇਡ ਬਾਰੇ ਸਾਰਾ ਕੁਝ ਪੜ੍ਹ ਲਓਗੇ ਜਦੋਂ ਤੁਸੀਂ ਨੈੱਟ ਤੋਂ ਸਰਚ ਕਰੋਗੇ। 2 ਵੂਮਨਸ ਹੈਗੀਆਂ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀਆਂ ਵੀ ਕਿਹੜੀ ਕਿਹੜੀ ਵੂਮਨਸ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ ਚਿੱਟਾਗੋਂਗ ਆਰਮਰੀ ਰੇਡ ਦੇ ਨਾਲ। ਇਹ ਕਿਹਨੇ ਲੀਡ ਕੀਤੀ ਸੀ ਚਿੱਟਾਗੋਂਗ ਆਰਮਰੀ ਰੇਡ? ਤਾਂ ਆਪਣਾ ਆਂਸਰ ਆ ਜਾਊਗਾ ਸੂਰਿਆ ਸੇਨ, ਜੋ ਇੱਕ ਬੰਗਾਲ ਦੇ ਰੈਵੋਲੂਸ਼ਨਰੀ ਸੀਗੇ। ਚਿੱਟਾਗੋਂਗ ਆਰਮਰੀ ਰੇਡ ਦੇ ਵਿੱਚ ਕੀ ਹੋਇਆ ਸੀਗਾ, ਇਹਨਾਂ ਨੇ ਜਿਹੜੀ ਬ੍ਰਿਟਿਸ਼ਰਸ ਦੀ ਮਤਲਬ ਜਿਹੜੇ ਆਰਸਨਲ ਸੀਗੇ ਜਾਂ ਉਹਨਾਂ ਦੇ ਅਸਲੇ ਸੀਗੇ, ਉਹਨਾਂ ਨੂੰ ਜ਼ਬਤ ਕੀਤਾ ਸੀਗਾ। ਸੋ ਇਹ ਹੋਇਆ ਸੀਗਾ ਆਪਣੀ ਚਿੱਟਾਗੋਂਗ ਆਰਮਰੀ ਰੇਡ ਦੇ ਵਿੱਚ। ਸੋ ਇਹ 1930 ਦੇ ਆਸ-ਪਾਸ ਹੋਈ ਸੀਗੀ ਚਿੱਟਾਗੋਂਗ ਆਰਮਰੀ ਰੇਡ। ਸੋ ਆਪਾਂ ਨੈਕਸਟ ਤੇ ਮੂਵ ਕਰਦੇ ਹਾਂ ਹੁਣ। ਸੋ ਨੈਕਸਟ ਕੁਐਸਚਨ ਹੈਗਾ ਹੂ ਪ੍ਰਪੋਨਡਡ ਦਾ ਡਾਕਟਰੀਨ ਆਫ ਪੈਸਿਵ ਰੈਜ਼ਿਸਟੈਂਸ। ਸੋ ਪੈਸਿਵ ਰੈਜ਼ਿਸਟੈਂਸ ਦੇ ਜਿਹੜੇ ਡਾਕਟਰੀਨ ਸੀਗੇ ਉਹ ਕਿਹਨੇ ਪ੍ਰਪਾਉਂਡ ਕੀਤੇ ਸੀ, ਜਾਂ ਕਹਿ ਸਕਦੇ ਹਾਂ ਕਿਹਨੇ ਉਹਨਾਂ ਦੀ ਖੋਜ ਕੀਤੀ ਸੀ? ਤਾਂ ਆਪਣਾ ਆਂਸਰ ਆ ਜਾਊਗਾ ਅਰਬਿੰਦੋ ਘੋਸ਼ ਨੇ। ਐਕਸਟ੍ਰੀਮਲੀ ਇੰਪੋਰਟੈਂਟ ਹੈਗਾ, ਆਪਣੇ ਐਗਜ਼ਾਮ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਅਰਬਿੰਦੋ ਘੋਸ਼ ਨੇ ਪੈਸਿਵ ਰੈਜ਼ਿਸਟੈਂਸ ਦੇ ਡਾਕਟਰੀਨ ਨੂੰ ਪ੍ਰਪਾਉਂਡ ਕੀਤਾ ਸੀਗਾ। ਠੀਕ ਹੈ, ਵਿਚ ਆਫ ਦਾ ਫੋਲੋਇੰਗ ਰੈਵੋਲੂਸ਼ਨਰੀ ਵਾਜ਼ ਹੈਂਗਡ ਇਨ ਦਾ ਗੋਰਖਪੁਰ ਜੇਲ੍ਹ। ਸੋ ਕਿਹੜੇ ਆ ਆਪਣੇ ਰੈਵੋਲੂਸ਼ਨਰੀ ਸੀਗੇ ਜਿਨ੍ਹਾਂ ਨੂੰ ਗੋਰਖਪੁਰ ਜੇਲ੍ਹ ਦੇ ਵਿੱਚ ਹੈਂਗ ਕੀਤਾ ਗਿਆ ਸੀ? ਤਾਂ ਆਪਣਾ ਆਂਸਰ ਆ ਜਾਊਗਾ ਰਾਮ ਪ੍ਰਸਾਦ ਮਿਸਮਿਲ। ਰਾਮ ਪ੍ਰਸਾਦ ਮਿਸਮਿਲ ਨੂੰ ਹੀ ਗੋਰਖਪੁਰ ਜੇਲ੍ਹ ਦੇ ਵਿੱਚ ਹੈਂਗ ਕੀਤਾ ਗਿਆ ਸੀਗਾ। ਬਾਕੀ ਇਹਨਾਂ ਨੂੰ ਕਕੋਰੀ ਕੌਂਸਪੀਰੇਸੀ ਕੇਸ ਸੀਗਾ, ਉਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ, ਬਾਕੀ ਦਾ ਜਿਹੜਾ ਲੈਕਚਰ ਹੈਗਾ ਆਪਾਂ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ, ਅਤੇ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ, ਅਤੇ ਜੋ ਵੀ ਤੁਹਾਡੀਆਂ ਕੁਇਰੀਜ਼ ਆ ਤੁਸੀਂ ਮੈਨੂੰ ਪੁੱਛ ਸਕਦੇ ਹੋ। ਅਤੇ ਬਾਕੀ ਦੇ ਜਿਹੜੇ ਲੈਕਚਰ ਹੈਗੇ, ਜਿਹੜੇ ਆਪਾਂ ਪ੍ਰੀਵੀਅਸ ਲੈਕਚਰ ਪੜ੍ਹੇ ਆ, ਉਹਨਾਂ ਨੂੰ ਜਾ ਕੇ ਜ਼ਰੂਰ ਵੇਖੋ, ਐਕਸਟ੍ਰੀਮਲੀ ਇੰਪੋਰਟੈਂਟ ਤੁਹਾਡੇ ਲਈ, ਇੰਟਰਕਨੈਕਟਿਡ ਹੈਗੇ ਆ। ਜਿਵੇਂ ਆਪਾਂ ਜੋ ਅੱਜ ਪੜ੍ਹ ਰਹੇ ਹਾਂ, ਕੱਲ੍ਹ ਦੇ ਲੈਕਚਰ 'ਚ ਕੁਛ ਨਾ ਕੁਛ ਚੀਜ਼ਾਂ ਚੱਕੀਆਂ ਹੋਈਆਂ। ਸੋ ਲੈਕਚਰਸ ਪਿਛਲੇ ਜਾ ਕੇ ਜ਼ਰੂਰ ਵੇਖੋ। ਸੋ ਥੈਂਕ ਯੂ ਸੋ ਮਚ। ਅਤੇ ਜਿਹੜੀ ਸਾਡੀ CBSE ਐਗਜ਼ਾਮ ਗੁਰੂ ਐਪ ਹੈਗੀ, ਉਹਨੂੰ ਤੁਸੀਂ ਡਾਊਨਲੋਡ ਕਰ ਲੈਣਾ। ਡਿਵਰਸ ਬੈਨੀਫਿਟ, ਜਿਵੇਂ ਕਿ ਕਹਿ ਸਕਦੇ ਹਾਂ ਆਪਣੇ ਪਟਵਾਰੀ ਦੇ ਕੋਰਸਿਸ ਜੁਆਇਨ ਕਰ ਸਕਦੇ ਹੋ, ਨੈਬ ਤਹਿਸੀਲਦਾਰ ਦੇ, PCS ਦੇ, ਬਹੁਤ ਹੀ ਰੀਜ਼ਨੇਬਲ ਜੀ ਫੀਸ ਹੈਗੀ ਹੈ। ਉੱਥੇ ਮੈਂ ਹੀ ਤੁਹਾਨੂੰ ਸਾਰੇ ਦੇ ਸਾਰੇ ਕੋਰਸਿਸ, ਜਿਵੇਂ ਕਿ ਹਿਸਟਰੀ ਦੇ, ਪੋਲਿਟੀ ਦੇ, ਇਕੋਨਮਿਕਸ ਦੇ ਸਾਰੇ ਮੈਂ ਹੀ ਡੀਲ ਕਰ ਰਿਹਾ ਆਲਮੋਸਟ ਕੋਰਸਿਸ। ਤਾਂ ਤੁਸੀਂ ਜੁਆਇਨ ਕਰ ਸਕਦੇ ਹੋ, ਆਪਣੇ ਜਿਹੜੇ ਰਿਵਿਊਜ਼ ਆ ਤੁਸੀਂ ਦੇ ਸਕਦੇ ਹੋ। ਬਾਕੀ ਕੀ ਕਹਿ ਸਕਦੇ ਹਾਂ, ਆਪਣੇ ਤੁਸੀਂ ਪ੍ਰੀਵੀਅਸ ਈਅਰ ਪੇਪਰ ਉੱਥੇ ਵੇਖ ਸਕਦੇ ਹੋ, ਅਤੇ ਨਾਲ ਹੀ ਆਪਣੇ ਜਿਹੜੇ ਜੋਬ ਅਲਰਟਸ ਆ ਉਹ ਵੀ ਤੁਸੀਂ ਲੈ ਸਕਦੇ ਹੋ। ਸੋ ਥੈਂਕ ਯੂ ਸੋ ਮਚ।